ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਘੁਟਾਲਿਆਂ ਦੀ ਜਾਂਚ, ਵਿਜੀਲੈਂਸ ਅਤੇ ਸਰਕਾਰ ਦਾ ਰੁਖ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਦਵਿੰਦਰ ਜੀ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਬਦਲਾਅ ਦਾ ਨਾਅਰਾ ਦੇ ਕੇ ਆਈ ਸੀ ਤੇ ਜਿਸ ਦਿਨ ਤੋਂ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ, ਉਹ ਇਹੀ ਗੱਲ ਕਹਿ ਰਹੇ ਨੇ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਕੀਤੀ ਹੈ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਚਾਹੇ ਉਹ ਕੋਈ ਵੀ ਅਧਿਕਾਰੀ ਹੋਵੇ, ਕੋਈ ਸਿਆਸੀ ਆਗੂ ਹੋਵੇ ਜਾਂ ਕੋਈ ਵੀ ਹੋਵੇ, ਜਿਨ੍ਹਾਂ ਨੇ ਲੁੱਟ ਕੀਤੀ ਹੈ ਉਹ ਲੁੱਟ ਦਾ ਪੈਸਾ ਖਜ਼ਾਨੇ 'ਚ ਵਾਪਸ ਲਿਆਂਦਾ ਜਾਵੇਗਾ। ਇਸੇ ਤਰਜ਼ 'ਤੇ ਕੱਲ੍ਹ ਵਜ਼ੀਫਾ ਘੁਟਾਲੇ ਦੀ ਜਾਂਚ ਦੇ ਹੁਕਮ ਦਿੱਤੇ। ਦੇਰ ਰਾਤ ਜਿਹੜਾ ਹੈਗਾ ਇੱਕ ਸਾਬਕਾ ਵਿਧਾਇਕ ਦੇ ਭਤੀਜੇ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਅਸੀਂ ਜਾਣਨਾ ਚਾਹਾਂਗੇ ਵੀ ਕਿ ਪਹਿਲਾਂ ਤਾਂ ਇਹੀ ਵੀ ਕਿ ਜਿਹੜਾ ਇੱਕ ਵਿਧਾਇਕ ਦੇ ਭਤੀਜੇ ਨੂੰ ਗ੍ਰਿਫਤਾਰ ਕੀਤਾ ਗਿਆ, ਉਹ ਕੌਣ ਹੈ, ਉਸ ਦਾ ਕੀ ਮਾਮਲਾ ਸੀ ਤੇ ਉਸ ਦੀ ਕੀ ਭੂਮਿਕਾ ਰਹੀ ਹੈ। ਦੇਖੋ, ਸਵਾ ਕੁ ਮਹੀਨਾ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਜੰਗਲਾਤ ਮੰਤਰੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦੇ ਮੰਤਰੀ ਸੀ, ਸਾਧੂ ਸਿੰਘ ਧਰਮਸੋਤ, ਉਹਨੂੰ ਗ੍ਰਿਫਤਾਰ ਕੀਤਾ ਸੀ ਵੀ ਜੰਗਲਾਤ ਵਿਭਾਗ ਦੇ ਵਿੱਚ ਵੱਡੇ ਪੱਧਰ 'ਤੇ ਕਰਪਸ਼ਨ ਹੋਈ ਹੈ। ਟਰਾਂਸਫਰਾਂ ਦੇ ਵਿੱਚ, ਤਬਾਦਲਿਆਂ ਦੇ ਵਿੱਚ ਪੈਸੇ ਲਏ ਜਾਂਦੇ ਸੀ। ਦਰੱਖਤ ਵੱਢਣ ਦਾ ਠੇਕਾ ਦੇਣ ਲਈ ਪ੍ਰਤੀ ਦਰੱਖਤ ਜਿਹੜੇ ਆ ਉਹ ਪੈਸੇ ਲਈ ਜਾਂਦੇ ਸੀ। ਕਿਸ ਤਰ੍ਹਾਂ ਦਾ ਜਿਹੜਾ ਤਾਣਾ ਬਾਣਾ ਬਣਿਆ ਹੋਇਆ ਸੀ। ਜਦੋਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਉਦੋਂ ਸੰਗਤ ਸਿੰਘ ਗਿਲਜੀਆਂ ਨੂੰ ਜਿਹੜਾ ਹੈ ਇਸੇ ਜੰਗਲਾਤ ਵਿਭਾਗ ਦਾ ਮੰਤਰੀ ਬਣਾਇਆ ਗਿਆ ਸੀ। ਵਿਜੀਲੈਂਸ ਨੇ ਦਾਅਵਾ ਕੀਤਾ ਹੈ ਵੀ ਤਫਤੀਸ਼ 'ਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜਾ ਕੰਮ ਸਾਧੂ ਸਿੰਘ ਧਰਮਸੋਤ ਦੇ PA ਜਾਂ OSD ਵਗੈਰਾ ਕਰਦੇ ਸੀ ਪੈਸੇ ਲੈਣ ਦੇਣ ਦਾ, ਉਸੇ ਤਰ੍ਹਾਂ ਦਾ ਕੰਮ ਕਹਿੰਦੇ ਵੀ ਦਲਜੀਤ ਸਿੰਘ ਗਿਲਜੀਆਂ ਜਿਹੜਾ ਉਹ ਕਰਦਾ ਸੀ। ਉਹਨਾਂ ਦੋਸ਼ਾਂ ਤਹਿਤ ਇਹਨੂੰ ਗ੍ਰਿਫਤਾਰ ਕੀਤਾ ਹੈ। ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਜੰਗਲਾਤ ਵਿਭਾਗ ਦੇ ਵਿੱਚ ਬਿਨਾਂ ਸ਼ੱਕ ਭ੍ਰਿਸ਼ਟਾਚਾਰ ਦਾ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾਲ ਤੰਦੂਆ ਜਾਲ ਜਿਹੜਾ ਉਹ ਪੂਰਾ ਫੈਲਿਆ ਹੋਇਆ ਸੀ, ਜਿਹੜਾ ਅਸੀਂ ਦੇਖਦੇ ਹਾਂ ਵੀ ਈਵਨ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਹਲਕਾ ਹੈ ਚਮਕੌਰ ਸਾਹਿਬ, ਉਸ ਹਲਕੇ ਦਾ ਕਿਉਂਕਿ ਇੱਕ ਪਿੰਡ ਦਾ ਸਰਪੰਚ ਵੀ ਨਜਾਇਜ਼ ਮਾਈਨਿੰਗ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ। ਵਿਜੀਲੈਂਸ ਦਾ ਇਹ ਦਾਅਵਾ ਸੀ ਵੀ 50 ਏਕੜ ਜ਼ਮੀਨ ਦੇ ਵਿੱਚ ਜੰਗਲਾਤ ਦੀ ਜਿਹੜੀ ਇੱਕ ਰਾਖਵੀਂ ਜ਼ਮੀਨ ਹੁੰਦੀ ਹੈ ਵੀ ਸਿਰਫ ਉੱਥੇ ਦਰੱਖਤ ਲਾਏ ਜਾ ਸਕਦੇ ਨੇ, ਉੱਥੇ ਮਾਈਨਿੰਗ ਜਿਹੜੀ ਹੈ ਇਹਨਾਂ ਨੇ ਸਰਕਾਰ ਨੇ ਮਿਲੀ ਭੁਗਤ ਨਾਲ ਕਰਵਾਈ, ਜਿੱਥੋਂ ਕਹਿੰਦੇ ਵੀ 40-50 ਕਰੋੜ ਰੁਪਏ ਦੀ ਮਾਈਨਿੰਗ ਜਿਹੜੀ ਹੈ ਹੋਣ ਦਾ ਖਦਸ਼ਾ ਵੀ ਉੱਥੋਂ ਮਾਈਨਿੰਗ ਕਰਾਈ ਹੈ। ਇਸ ਤਰ੍ਹਾਂ ਨਾਲ ਜਦੋਂ ਅਸੀਂ ਕੁੱਲ ਮਿਲਾ ਕੇ ਦੇਖਦੇ ਹਾਂ ਤਾਂ ਇੱਕ ਬਹੁਤ ਗੰਭੀਰ ਮੁੱਦਾ ਹੈ, ਸੀਰੀਅਸ ਮੁੱਦਾ ਹੈ। ਜਦੋਂ ਜੰਗਲਾਤ ਦੇ ਇੱਕ ਰਾਖਵੀਂ ਜ਼ਮੀਨ 'ਤੇ ਹੁੰਦੀ ਹੈ ਇੱਕ ਇਸ ਤਰ੍ਹਾਂ ਦੀ ਮਾਈਨਿੰਗ ਹੁੰਦੀ ਹੈ ਉੱਥੇ ਦਰਖਤ ਲਾਉਣ ਦੀ ਬਜਾਏ, ਤਾਂ ਇਹ ਵਾਤਾਵਰਨ ਦੇ ਐਂਗਲ ਤੋਂ, ਉਹਨਾਂ ਦੇ ਨਜ਼ਰੀਏ ਤੋਂ ਹੋਰ ਵੀ ਜਿਹੜਾ ਇਹ ਗੰਭੀਰ ਮੁੱਦਾ ਬਣ ਜਾਂਦਾ ਹੈਗਾ। ਦੇਖੋ, ਪਰਤ ਦਰ ਪਰਤ ਵਿਜੀਲੈਂਸ ਬਿਊਰੋ ਅੱਗੇ ਵੱਧਦਾ ਰਹੀ ਹੈ। ਸਰਕਾਰ ਦੀ ਮਨਸ਼ਾ ਕੀ ਹੈ? ਵਾਕਈ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਜਿਹੜੀ ਆਪਣੇ ਖਿਲਾਫ ਨੈਗੇਟਿਵਿਟੀ ਬਣੀ ਹੁੰਦੀ ਹੈ, ਲੋਕਾਂ ਦਾ ਇੱਕ ਰੁਝਾਨ, ਸੁਭਾਅ ਜਾਂ ਮੂਡ ਸਰਕਾਰ ਦੇ ਖਿਲਾਫ ਬਣਾਉਂਦੇ, ਜਾਂ ਉਹਨੂੰ ਤਬਦੀਲ ਕਰਨ ਦਾ ਇੱਕ ਸਟ੍ਰੈਟਜੀ ਹੈ, ਉਹ ਰਣਨੀਤੀ ਹੈ ਜਾਂ ਕੀ ਹੈ, ਉਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ। ਪਰ ਹਾਂ, ਇਹ ਜ਼ਰੂਰ ਹੈ ਵੀ ਕਾਂਗਰਸ ਸਰਕਾਰ ਦੇ ਦੌਰਾਨ ਬਹੁਤ ਸਾਰੇ ਮਹਿਕਮਿਆਂ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਰਾਜਮਾ ਹੋਣ ਦੀਆਂ ਚਰਚਾਵਾਂ ਜਿਹੜੀਆਂ ਜ਼ੋਰਾਂ 'ਤੇ ਚੱਲਦੀਆਂ ਸੀ ਅਤੇ ਅਫਸਰ ਦੱਬਵੇਂ ਸੁਰ 'ਚ ਚੱਲਦੇ ਸੀ। ਕਹਿੰਦੇ ਸੀ ਵੀ ਸਿਆਸੀ ਅਤੇ ਅਫਸਰ ਲੋਕ ਪੂਰੀ ਤਰ੍ਹਾਂ ਜਿਹੜੇ ਲੁੱਟਮਾਰ 'ਚ ਲੱਗੇ ਹੋਏ ਨੇ। ਜੀ ਦਵਿੰਦਰ ਜੀ, ਜਿਵੇਂ ਤੁਸੀਂ ਹੁਣੇ ਲਾਸਟ 'ਚ ਜ਼ਿਕਰ ਕਰਕੇ ਹਟਿਓ ਵੀ ਕਾਂਗਰਸ ਸਰਕਾਰ 'ਤੇ ਦੋਸ਼ ਲੱਗਦੇ ਰਹੇ ਨੇ ਵੀ ਕਿ ਉਸ ਸਮੇਂ ਭ੍ਰਿਸ਼ਟਾਚਾਰ, ਘਪਲੇ, ਘੁਟਾਲੇ ਜਿਹੜੇ ਆ ਸਿਖਰ 'ਤੇ ਚੱਲ ਰਹੇ ਸੀ। ਅਸੀਂ ਜਾਣਨਾ ਚਾਹਾਂਗੇ ਹੋਰ ਕਿਹੜੇ ਜਿਹੜੇ ਘੁਟਾਲਿਆਂ ਦੀ ਚਰਚਾ ਜਿਹੜੀ ਹੈਗੀ ਜ਼ੋਰ ਸ਼ੋਰ ਨਾਲ ਪੰਜਾਬ ਭਰ 'ਚ ਚੱਲ ਰਹੀ ਹੈ, ਅਤੇ ਵਿਜੀਲੈਂਸ ਵੱਲੋਂ ਕਿਹੜੇ ਜਿਹੜੇ ਅਜਿਹੇ ਘੁਟਾਲੇ ਹੈ ਜਾਂ ਅਜਿਹੇ ਮਾਮਲੇ ਨੇ ਜਿਨ੍ਹਾਂ ਦੀ ਜਾਂਚ ਸ਼ੁਰੂ ਕੀਤੀ ਹੋਈ ਹੈ। ਦੇਖੋ, ਇੱਕ ਤਾਂ ਆਪਾਂ ਜੇ ਲਾ ਲਈਏ ਜਿਹੜਾ ਸੀਵਰੇਜ ਬੋਰਡ ਦਾ ਸਾਬਕਾ ਕਾਰਜਕਾਰੀ ਅਧਿਕਾਰੀ CEO ਸੀ ਸੰਜੇ ਪੋਪਲੀ, ਉਹਨੂੰ ਗ੍ਰਿਫਤਾਰ ਕੀਤਾ ਸੀ। ਉਹਦੇ ਘਰੋਂ 12-13 ਕਿੱਲੋ ਤਾਂ ਸੋਨਾ ਹੀ ਮਿਲ ਗਿਆ ਸੀ, ਬਾਕੀ ਹੋਰ ਸਮਾਨ ਸੀ। ਇਹ ਇੱਕ ਅੰਦਾਜ਼ਾ ਲਾ ਸਕਦੇ ਹਾਂ ਲੋਕਲ ਗੌਰਮੈਂਟ ਦਾ, ਕਿਉਂਕਿ ਜਿਹੜਾ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦਾ ਚੇਅਰਮੈਨ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਿਆ ਅਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੀ ਇੱਕ ਮਹਿਲਾ EO ਨੂੰ ਵਿਜੀਲੈਂਸ ਬਿਊਰੋ ਨੇ ਅੱਜ ਹੀ ਗ੍ਰਿਫਤਾਰ ਕੀਤਾ ਹੈ। ਇੱਕ ਤਰ੍ਹਾਂ ਨਾਲ ਇਹ ਕਹਿੰਦੇ ਵੀ ਲੋਕਲ ਗੌਰਮੈਂਟ ਡਿਪਾਰਟਮੈਂਟ ਦੇ ਵਿੱਚ, ਸਥਾਨਕ ਸਰਕਾਰਾਂ ਵਿਭਾਗ ਦੇ ਵਿੱਚ ਜਿਸ ਤਰ੍ਹਾਂ ਦਾ ਇੱਕ ਲੁੱਟਮਾਰ ਦਾ ਦੌਰ ਚੱਲਿਆ, ਉਸ ਗੱਲ ਨੂੰ ਅੱਗੇ ਵਧੇ। ਉਹਦੇ 'ਚ ਪਤਾ ਲੱਗਿਆ ਵੀ ਇੱਕ ਵੱਡੇ ਸਿਆਸਤਦਾਨ, ਕਾਂਗਰਸ ਦਾ ਇੱਕ ਬਹੁਤ ਬਜ਼ੁਰਗ ਸਿਆਸਤਦਾਨ, ਉਹਦਾ ਵੀ ਇਸ ਘੁਟਾਲੇ ਦੇ ਵਿੱਚ ਜ਼ਿਕਰ ਆਉਂਦਾ ਹੈ। ਵਿਜੀਲੈਂਸ ਜਾਂ ਸਰਕਾਰ ਉਹਨੂੰ ਹੱਥ ਪਾਉਣ ਦੀ ਜ਼ਰੂਰਤ ਕਰਦੀ ਹੈ, ਉਹਨੇ ਇੰਨੀ ਕੁ ਉਹਨਾਂ 'ਚ ਹਿੰਮਤ ਹੈਗੀ ਜਾਂ ਨਹੀਂ, ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ। ਪਰ ਇੰਨਾ ਜ਼ਰੂਰ ਪਤਾ ਲੱਗਿਆ ਵੀ ਹਾਂ, ਉਸ
ਸਿਆਸਤਦਾਨ ਦੀ, ਪੱਧਰ ਪੁਰਸ਼ ਦੀ ਇਨਵੋਲਵਮੈਂਟ ਜ਼ਰੂਰ ਹੈ। ਇਸੇ ਤਰ੍ਹਾਂ ਅਸੀਂ ਦੇਖ ਲਈਏ ਵੀ ਖੁਰਾਕ ਤੇ ਸਪਲਾਈ ਵਿਭਾਗ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਜਿਹੜੀ ਇੱਕ ਸ਼ਿਕਾਇਤ ਕੀਤੀ ਸੀ, ਜਿਹਦੀ ਇਨਕੁਆਇਰੀ ਚੱਲ ਰਹੀ ਹੈ, ਅਤੇ ਭਾਰਤ ਭੂਸ਼ਣ ਆਸ਼ੂ ਜ਼ਮਾਨਤ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਪਹੁੰਚ ਕੀਤੀ ਜੀ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਸਿਹਤ ਵਿਭਾਗ ਦੇ ਵਿੱਚ ਵੱਡੀ ਪੱਧਰ ਤੇ ਖਰੀਦ ਹੋਣ ਦੇ ਜਿਹੜੇ ਆ ਘੁਟਾਲੇ ਜਿਹੜੇ ਆ ਪਰਤ ਦਰ ਪਰਤ ਜਿਹੜੇ ਆ ਉਹ ਸਾਹਮਣੇ ਆ ਰਹੇ ਨੇ। ਉਹਦੀ ਵੀ ਸੀਕਰਟ ਤੌਰ ਤੇ ਵਿਜੀਲੈਂਸ ਬਿਊਰੋ ਜਾਂਚ ਕਰ ਰਹੀ ਹੈ। ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਦੇ ਵਿੱਚੋਂ ਪੈਸਾ ਜਿਹੜਾ ਵੰਡਿਆ ਸੀ, ਉਹਦੀ ਡਿਟੇਲ ਜਿਹੜੀ ਆ ਉਹ ਵਿਜੀਲੈਂਸ ਬਿਊਰੋ ਇਕੱਠੀ ਕਰ ਰਹੀ ਹੈ। ਅਤੇ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਜਿਹੜਾ ਵਜੀਫਾ ਘੁਟਾਲੇ ਦੀ ਜਾਂਚ ਸਰਕਾਰ ਨੇ ਅੱਜ ਕਰਾਉਣ ਦਾ ਐਲਾਨ ਕੀਤਾ। ਇਹ ਵੀ ਪਤਾ ਲੱਗਿਆ ਵੀ ਲੋਕ ਨਿਰਮਾਣ ਵਿਭਾਗ PWD ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਨੇ ਜਿਹੜੀਆਂ ਉਹ ਵਿਜੀਲੈਂਸ ਨੂੰ ਤੇ ਸਰਕਾਰ ਨੂੰ ਮਿਲੀਆਂ। ਪਰ ਹੁਣ ਇਹ ਹੈ ਵੀ ਸਰਕਾਰ ਸਿਰਫ ਜਾਂਚਾਂ ਹੀ ਕਰਾਊ ਜਾਂ ਕੁਛ ਕਿਸੇ ਤਣ ਪੱਤਣ ਵੀ ਲਾਊ। ਇਹ ਦੇਖੋ, ਇਹਦੇ ਵਿੱਚ ਤਾਂ ਕੋਈ ਮੁਨਕਰ ਨਹੀਂ ਵੀ ਹੋ ਸਕਦਾ, ਕਿਉਂਕਿ ਜਿਹੜੀ ਚਰਚਾ ਲੋਕਾਂ ਦੇ ਵਿੱਚ ਚੱਲਦੀ ਸੀ ਵੀ ਜਿਸ ਤਰ੍ਹਾਂ ਦਾ ਮਾਫੀਆ ਅਕਾਲੀਆਂ ਦੇ ਰਾਜ 10 ਸਾਲ ਪੂਰੀ ਤਰ੍ਹਾਂ ਪਨਪਿਆ, ਚਾਹੇ ਉਹ ਸਾਰੇ ਵਿਭਾਗਾਂ ਦੇ ਵਿਚਲੀ ਕਰਪਸ਼ਨ ਸੀ। ਜਿਵੇਂ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਅਸੀਂ ਕਹਿ ਲਈਏ ਵੀ ਕਹਿੰਦੇ 1000 ਕਰੋੜ ਦਾ ਘੁਟਾਲਾ ਹੋਇਆ ਜੀ। ਜਿਹੜੇ ਉਹਦੇ ਵਿੱਚ ਅਫਸਰ ਦੋਸ਼ੀ ਸੀ ਅਤੇ ਸਿਆਸਤਦਾਨ ਦੋਸ਼ੀ ਸੀ, ਉਹਨਾਂ ਦੇ ਖਿਲਾਫ ਕਾਂਗਰਸ ਸਰਕਾਰ ਨੇ ਵੀ ਕੁਛ ਨਹੀਂ ਕੀਤਾ, ਅਤੇ ਪ੍ਰਾਈਵੇਟ ਠੇਕੇਦਾਰ ਅਤੇ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਦੇ ਅਫਸਰ ਜ਼ਰੂਰ ਇਹਨਾਂ ਨੇ ਫੜ ਲਏ ਸੀ। ਇਸ ਤਰ੍ਹਾਂ ਜਿਹੜੇ ਬਾਕੀ ਮਾਫੀਆ ਸੀ ਉਹਨਾਂ ਦੇ ਖਿਲਾਫ ਕੁਛ ਨਹੀਂ ਕੀਤਾ, ਜਿਵੇਂ ਟਰਾਂਸਪੋਰਟ ਦਾ ਸੀ, ਸ਼ਰਾਬ ਦਾ ਸੀ, ਰੇਤ ਮਾਫੀਆ ਸੀ। ਕਾਂਗਰਸ ਸਰਕਾਰ ਨੇ ਕਰਨਾ ਤਾਂ ਕੀ ਸੀ, ਇਹੀ ਦੋਸ਼ ਲੱਗੇ ਵੀ ਇਹੀ ਸਾਰੇ ਉਹਨਾਂ ਮਾਫੀਆ ਨੂੰ ਜਿਹੜਾ ਹੈ ਪੈਟਰਨਾਈਜ਼ ਜਿਹੜਾ ਉਹ ਕਰਨ ਲੱਗ ਗਏ। ਇਸ ਲਈ ਗੌਰਮੈਂਟ ਨੂੰ ਚਾਹੀਦਾ ਤਾਂ ਇਹ ਸੀ ਵੀ ਇਹਨਾਂ ਸਾਰੇ ਡਿਪਾਰਟਮੈਂਟਸ ਦੀ ਇੱਕ ਸਮਾਂਬੱਧ ਇਨਕੁਆਇਰੀ ਕਰਨ ਲਈ, ਕਿਉਂਕਿ ਵਿਜੀਲੈਂਸ ਕੋਲ ਆਪਣੇ ਵਸੀਲੇ, ਆਪਣੇ ਸਰੋਤ ਹੁੰਦੇ ਨੇ। ਕਿੰਨੇ ਕੁ ਅਫਸਰ ਨੇ ਉਹਨਾਂ ਕੋਲ, ਕਿੰਨੀ ਕੁ ਟੈਕਨੀਕ ਹੈ, ਕਿੰਨੇ ਕੁ ਉਹਨੇ ਪ੍ਰਤੀਬੱਧ ਅਤੇ ਤਜਰਬੇਕਾਰ ਬੰਦੇ ਨੇ। ਇਹਦੇ ਦੇ ਵੀ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇਗੇ। ਫਿਰ ਵਿਜੀਲੈਂਸ ਬਿਊਰੋ ਆਪਾਂ ਪਿਛੋਕੜ 'ਚ ਦੇਖਿਆ ਵੀ ਜਦੋਂ ਸਰਕਾਰ ਬਦਲ ਜਾਂਦੀ ਹੈ, ਸੱਤਾ ਬਦਲ ਜਾਂਦੀ ਹੈ, ਆਈਓ ਤੱਕ ਜਿਹੜੇ ਆ ਉਹ ਆਪਦੇ ਬਿਆਨਾਂ ਤੋਂ, ਗਵਾਹੀਆਂ ਤੋਂ ਮੁੱਕਰ ਜਾਂਦੇ ਨੇਗੇ। ਇਸ ਲਈ ਸਮਾਂਬੱਧ ਇਨਕੁਆਇਰੀ ਕਰਾਉਣੀ ਚਾਹੀਦੀ ਸੀ ਕਿਸੇ ਜੱਜ ਦੀ ਅਗਵਾਈ ਦੇ ਵਿੱਚ, ਕੋਈ ਭਰੋਸੇਯੋਗ ਇਮਾਨਦਾਰ ਜੱਜ ਜਿਹੜਾ ਸੁਪਰੀਮ ਕੋਰਟ ਦਾ, ਹਾਈ ਕੋਰਟ ਦਾ ਰਿਟਾਇਰਡ ਜੱਜ ਦੀ ਅਗਵਾਈ 'ਚ, ਤਾਂ ਜੋ ਸਮਾਂਬੱਧ 2-4 ਮਹੀਨੇ ਦੀ ਇਨਕੁਆਇਰੀ ਦੇ ਕੇ ਸਾਰੇ ਵਿਭਾਗਾਂ ਦੇ ਵਿੱਚ ਹੀ ਹਰ ਤਰ੍ਹਾਂ ਦੇ ਮਾਫੀਆ ਦੀ ਜਿਹੜੀ ਇਨਕੁਆਇਰੀ ਕਰਾ ਕੇ ਕੋਈ ਵੀ ਬੰਦਾ ਸ਼ਾਮਲ ਹੈ, ਚਾਹੇ ਅਕਾਲੀ ਹੈ, ਚਾਹੇ ਕਾਂਗਰਸੀ ਹੈ, ਕੋਈ ਹੋਰ ਹੈ, ਤਾਂ ਜੋ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਸਕੇ। ਜੇ 5 ਸਾਲ ਸਰਕਾਰ ਇੱਦਾਂ ਹੀ ਕਰਦੀ ਰਹੀ, ਫਿਰ ਲੱਗਦਾ ਨਹੀਂ ਵੀ ਕੋਈ ਵਿਕਾਸ ਦਾ ਕੰਮ ਹੋਊਗਾ। ਫਿਰ ਉਹ ਕਰਜ਼ਾਈ ਕਰਕੇ ਪੰਜਾਬ ਨੂੰ 5 ਸਾਲਾਂ ਦੇ ਵਿੱਚ, ਜਿਵੇਂ ਅਕਾਲੀ ਚਲੇ ਗਏ, ਕਾਂਗਰਸੀ ਚਲੇ ਗਏ, ਉਹਦੇ ਉਹ ਗਏ ਇਹ ਹੋ ਜਾਊਗਾ, ਅਤੇ ਸ਼ੋਸ਼ੇਬਾਜ਼ੀਆਂ ਕਰਕੇ ਆਹ ਫੜ ਲਿਆ, ਉਹ ਫੜ ਲਿਆ। ਜੇ ਤਾਂ ਕੁਛ ਕੰਕਰੀਟ ਕੱਢਣਾ ਹੈ, ਜੇ ਤਾਂ ਵਾਕਈ ਇਹ ਜਿਵੇਂ ਦਾਅਵੇ ਕਰਦੇ, ਜਿਵੇਂ ਥਾਪੀਆਂ ਮਾਰਦੇ ਹੈ ਵੀ ਅਸੀਂ ਲੋਕਾਂ ਦੀ ਲੁੱਟ ਦਾ ਪੈਸਾ ਕਢਾਉਣਾ, ਲੁੱਟ ਦਾ ਪੈਸਾ ਬਿਆਨ ਦੇਣ ਨਾਲ ਤਾਂ ਪੈਸਾ ਨਹੀਂ ਨਿਕਲਦਾ ਜੀ, ਅਤੇ ਕਿਸੇ ਦੀ ਗ੍ਰਿਫਤਾਰੀ ਹੋਣ ਨਾਲ ਜਾਂ ਉਹਦੇ ਨਾਲ ਵੀ ਪੈਸਾ ਨਹੀਂ ਨਿਕਲਦਾ। ਪੈਸਾ ਕੱਢਣ ਵਾਸਤੇ ਕੇਸ ਨੂੰ ਐਂਡ ਤੱਕ ਲਿਜਾਣਾ ਹੁੰਦਾ ਹੈ, ਕੇਸ ਨੂੰ ਕੋਰਟਾਂ ਦੇ ਵਿੱਚ ਦੋਸ਼ਾਂ ਨੂੰ ਸਹੀ ਸਾਬਤ ਕਰਨਾ ਹੁੰਦਾ ਹੈ, ਦੋਸ਼ ਸਹੀ ਸਾਬਤ ਕਰਕੇ ਬੰਦੇ ਨੂੰ ਸਜ਼ਾ ਦਿਵਾਉਣੀ ਹੁੰਦੀ ਹੈਗੀ। ਅਤੇ ਇਸ ਲਈ ਇਹ ਦਾਅਵੇ ਕਰੀ ਜਾਣੇ, ਦਾਅਵੇ ਕਰਨ ਨਾਲ, ਬਿਆਨਬਾਜ਼ੀ ਕਰਨ ਨਾਲ, ਟਵੀਟ ਕਰਨ ਨਾਲ ਇਹ ਨਾ ਤਾਂ ਲੋਕਾਂ ਦੀ ਲੁੱਟ ਦਾ ਪੈਸਾ ਵਾਪਸ ਆਵੇ, ਇਹ ਸਿਰਫ ਅੱਖੀਂ ਘੱਟਾਂ ਪਾਉਣ ਵਾਲੀਆਂ ਗੱਲਾਂ ਹੁੰਦੀਆਂ ਨੇ। ਇਸ ਲਈ ਸਰਕਾਰ ਨੂੰ ਉਸ ਠੋਸ ਨਜ਼ਰੀਏ ਨਾਲ ਇਸ਼ਤਿਹਾਰਬਾਜ਼ੀ 'ਚੋਂ ਬਾਹਰ ਨਿਕਲ ਕੇ, ਫੋਕੀ ਸ਼ੋਹਰਤ ਤੋਂ ਬਾਹਰ ਨਿਕਲ ਕੇ, ਜਿਹੜੀ ਫੋਕੀ ਜਿਹੜੀ ਹੈ ਵਾਹਵਾਹੀ ਖੱਟਣ ਤੋਂ ਬਿਨਾਂ ਠੋਸ ਤਰੀਕੇ ਨਾਲ ਜਿਹੜਾ ਕਿਸੇ ਵੀ ਮੁੱਦੇ ਨੂੰ, ਚਾਹੇ ਉਹ ਕਰਪਸ਼ਨ ਵਿਰੋਧੀ ਮੁੱਦਾ ਹੈ, ਚਾਹੇ ਉਹ ਡਿਵੈਲਪਮੈਂਟ ਦਾ ਮੁੱਦਾ ਹੈ, ਜਾਂ ਲੋਕਾਂ ਨੂੰ ਸਹੂਲਤਾਂ ਦੇਣ ਦਾ ਮੁੱਦਾ ਹੈ, ਉਹਦੇ 'ਤੇ ਠੋਸ ਨਜ਼ਰੀਏ ਨਾਲ ਜਿਹੜਾ ਉਹ ਮੈਦਾਨ 'ਚ ਨਿੱਤਰਨਾ ਚਾਹੀਦਾ ਹੈ, ਕੰਮ ਕਰਨੇ ਚਾਹੀਦੇ ਜੀ। ਦਵਿੰਦਰ ਜੀ, ਜਿਵੇਂ ਤੁਸੀਂ ਹੁਣ ਜ਼ਿਕਰ ਕਰਕੇ ਹਟੇ ਹੋ ਵੀ ਕਿ ਵੱਡੀ ਗਿਣਤੀ 'ਚ ਵਿਭਾਗਾਂ ਦਾ ਨਾਮ ਲਿੱਤੇ ਆ ਵੀ ਕਿ ਜਿੱਥੇ ਘੁਟਾਲੇ ਹੋਏ ਨੇ, ਜਾਂਚ ਚੱਲ ਰਹੀ ਹੈ, ਪਰ ਜਾਂਚ ਕਿਸੇ ਪਾਸੇ ਤਨ ਪਤਾ ਨਹੀਂ ਲੱਗ ਸਕੀ। ਅਸੀਂ ਗੱਲ ਕਰੀਏ ਤਾਂ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਸਿਆਸਤ ਵੀ ਕਵਰ ਕਰਦੇ ਆ ਰਹੇ ਹੋ, ਪੁਲਿਸ ਵੀ, ਵਿਜੀਲੈਂਸ ਵੀ, ਸਭ ਕੁਝ ਹੀ ਤੁਸੀਂ ਦੇਖਦੇ ਆ ਰਹੇ ਹੋ। ਤੁਹਾਨੂੰ ਕੀ ਲੱਗਦਾ ਜੋ ਸਰਕਾਰ ਦੀ ਹੁਣ ਕਾਰਗੁਜ਼ਾਰੀ ਹੈ ਵੀ ਕਿ ਇਹ ਜਿਹੜੀ ਜਾਂਚ ਹੋ ਰਹੀ ਹੈ ਕਿਸੇ ਤਨ ਪਤਾ ਲੱਗ ਸਕੂਗੀ ਕਿ ਇਹ ਵੀ ਡਰਾਮੇਬਾਜ਼ੀ ਬਣ ਕੇ ਰਹਿ ਜੂਗੀ? ਮੈਂ ਜਿਵੇਂ ਹੁਣ ਕਿਹਾ ਹੈਗਾ, ਮੈਂ ਉਹੀ ਕਹਿੰਦਾ ਵੀ ਹੁਣ ਤੱਕ ਦੀ ਜਿਹੜੀ ਅਸੀਂ ਕਹਿ ਦਈਏ ਵੀ ਗਤੀਵਿਧੀ ਉਹ ਉਸੇ ਤਰ੍ਹਾਂ ਦੀ ਹੈ ਜਿਵੇਂ 2002 'ਚ ਕਹਿ ਲਈਏ ਵੀ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੇ ਨੇ ਜਿਹੜਾ ਬਾਦਲ ਪਰਿਵਾਰ 'ਤੇ ਪਰਚੇ ਦਰਜ ਕਰਤੇ, ਅਕਾਲੀ ਦਲ ਦੇ ਕਈ ਆਗੂਆਂ 'ਤੇ, ਸਾਬਕਾ ਮੰਤਰੀਆਂ 'ਤੇ ਪਰਚੇ ਦਰਜ ਕਰਤੇ, ਸਾਬਕਾ ਸਪੀਕਰਾਂ 'ਤੇ ਪਰਚੇ ਦਰਜ ਕਰਤੇ, ਬਹੁਤ ਸਾਰੇ ਲੀਡਰ ਸੀ ਜਿਹੜੇ ਉਹਨਾਂ ਦੇ ਪਰਚੇ ਦਰਜ ਕਰਤੇ। ਨਿਕਲਿਆ ਕੀ? ਬਾਦਲ ਪਰਿਵਾਰ ਵੀ ਬਰੀ ਹੋਇਆ ਅਤੇ ਬਹੁਤੇ ਜਿਹੜੇ ਆ ਉਹ ਅਕਾਲੀ ਲੀਡਰ ਵੀ ਬਰੀ ਹੋਏ। ਇਸ ਲਈ ਜੇ ਤਾਂ ਉਸੇ ਤਰ੍ਹਾਂ ਦੀਆਂ ਸ਼ੋਸ਼ੇਬਾਜ਼ੀਆਂ ਖੇਡਣੀਆਂ ਨੇਗੀਆਂ, ਫਿਰ ਤਾਂ ਉਹ ਨਤੀਜਾ ਵੀ ਸਾਡੇ ਸਾਹਮਣੇ ਹੈ ਵੀ ਪੰਜਾਬ ਦੇ ਵਿੱਚ ਅੱਜ ਤੱਕ ਕਿਸੇ ਵੱਡੇ ਸਿਆਸਤਦਾਨ ਨੂੰ ਕਰਪਸ਼ਨ ਦੇ ਕੇਸ ਦੇ ਵਿੱਚ ਸਜ਼ਾ ਨਹੀਂ ਹੋਈ। ਜੇ ਸਜ਼ਾ ਹੁੰਦੀ ਹੈ ਤਾਂ ਉੱਪਰਲੀਆਂ ਕੋਰਟਾਂ ਨੂੰ ਜਿਹੜਾ ਉਹ ਇਸ ਕਰਕੇ ਬਚ ਜਾਂਦੇ ਨੇ ਕਿਉਂਕਿ ਜਿਹੜੀਆਂ ਸਾਡੀਆਂ ਤਫਤੀਸ਼ੀ ਏਜੰਸੀਆਂ ਹੈ ਉਹ ਜਾਂ ਤਾਂ ਸਹੀ ਢੰਗ ਨਾਲ ਤਫਤੀਸ਼ ਨਹੀਂ ਕਰਦੀ, ਜਾਂ ਕਿਸੇ ਪਾਰਟੀ ਦੇ ਪਾਵਰ 'ਚ ਆਉਣ ਤੋਂ ਬਾਅਦ ਉਹ ਤਫਤੀਸ਼ੀ ਏਜੰਸੀਆਂ ਪੂਰੀ ਤਰ੍ਹਾਂ ਗੋਡੇ ਟੇਕ ਦਿੰਦੀਆਂ ਅਤੇ ਉਹ ਕੇਸ ਜਿਹੜਾ ਉਹ ਕਮਜ਼ੋਰ ਕਰਨ ਵੱਲ ਨੂੰ ਚੱਲ ਪੈਂਦੀਆਂ ਨੇ। ਇਸੇ ਲਈ ਜਿਹੜੀ ਅਸੀਂ ਇਹ ਗੱਲ ਨੂੰ ਕਹਿ ਸਕਦੇ ਹਾਂ ਵੀ ਸਮਾਂਬੱਧ ਇਨਕੁਆਇਰੀ ਅਤੇ ਇੱਕ ਅਦਾਲਤਾਂ ਦੇ ਵਿੱਚ ਇੱਕ
ਡੇ ਟੂ ਡੇ ਹੀਅਰਿੰਗ ਦੇ ਨਾਲ ਹੀ ਜਿਹੜਾ ਉਹ ਸਿਰੇ ਲਾਇਆ ਜਾ ਸਕਦਾ ਕੇਸ। ਬਿਆਨਬਾਜ਼ੀ ਨਾਲ ਜਿਹੜਾ ਉਹ ਕੇਸ ਸਿਰੇ ਨਹੀਂ ਲਾਏ ਜਾ ਸਕਦੇ। ਨੀਅਤ ਤੇ ਨੀਤੀ ਸਰਕਾਰ ਨੂੰ ਸਪਸ਼ਟ ਕਰਨੀ ਚਾਹੀਦੀ ਹੈ। ਦਾਅਵੇ ਤੇ ਹਕੀਕਤ 'ਚ ਇੱਕ ਅੰਤਰ ਜਿਹੜਾ ਉਹ ਨਹੀਂ ਦਿਸਣਾ ਚਾਹੀਦਾ। ਜੀ ਦਵਿੰਦਰ ਜੀ, ਇਹ ਤਾਂ ਅਸੀਂ ਭ੍ਰਿਸ਼ਟਾਚਾਰ ਦੀ, ਘੁਟਾਲਿਆਂ ਦੀ ਗੱਲ, ਇਸ ਦੇ ਨਾਲ ਹੀ ਗੱਲ ਕਰੀਏ ਤਾਂ ਪੰਜਾਬ ਦੀ ਕਿਸਾਨੀ ਦੀ, ਜੋ ਕਿ ਬਹੁਤ ਹੀ ਕਰਜ਼ੇ ਹੇਠ ਦੱਬਦੀ ਜਾ ਰਹੀ ਹੈ, ਬਹੁਤ ਮਾੜੇ ਹਾਲਾਤਾਂ 'ਚੋਂ ਨਿਕਲ ਰਹੀ ਹੈ। ਅਤੇ ਗੱਲ ਕਰੀਏ ਤਾਂ ਕਿਸਾਨਾਂ ਨੂੰ ਹਰ ਸਾਲ ਕਿਸੇ ਨਾ ਕਿਸੇ ਫਸਲ ਦੇ ਖਰਾਬੇ ਦਾ ਕਰਕੇ ਇੱਕ ਵੱਡੇ ਨੁਕਸਾਨ ਨੂੰ ਜਿਹੜਾ ਹੈਗਾ ਝੱਲਣਾ ਪੈਂਦਾ ਹੈ। ਅਤੇ ਹੁਣ ਨਰਮਾ ਪੱਟੀ ਇਲਾਕੇ ਦੇ ਵਿੱਚ ਵੀ ਕਾਫੀ ਜਿਹੜਾ ਹੈਗਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰ ਦੇ ਆਗੂ ਵੀ ਜਾ ਰਹੇ ਨੇ ਉੱਥੇ। ਅਸੀਂ ਜਾਣਨਾ ਚਾਹਾਂਗੇ ਉਹ ਪੂਰਾ ਮਾਮਲਾ ਕੀ ਹੈ ਅਤੇ ਕੀ ਜਿਹੜਾ ਹੈਗਾ ਹੁਣ ਤੱਕ ਦੇਖਣ ਨੂੰ ਮਿਲ ਰਿਹਾ ਹੈ। ਦੇਖੋ, ਇਹ ਬੜੀ ਤਰਾਸਦੀ ਹੈ। ਸਾਡੇ ਪੰਜਾਬ ਦਾ ਕਿਸਾਨ ਕਰਜ਼ਈ ਹੈ ਅਤੇ ਪੰਜਾਬ ਦੇ ਜਿਹੜੇ ਅਸੀਂ ਕਹਿ ਲਈਏ ਵੀ ਮਾਰਜਨਲ ਕਿਸਾਨ ਨੇ, ਸੀਮਾਂਤ ਕਿਸਾਨ ਅਤੇ ਛੋਟੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਏ ਹੁੰਦੇ। ਅਸੀਂ ਰੋਜ਼ਾਨਾ ਜਿਹੜੇ ਹੈ ਅਖਬਾਰਾਂ ਦੇ ਵਿੱਚ ਕਿਸੇ ਨਾ ਕਿਸੇ ਕਿਸਾਨ ਦੀ ਖੁਦਕੁਸ਼ੀ ਦੀ ਖਬਰ ਜਿਹੜੀ ਪੜ੍ਹਦੇ ਹਾਂ, ਬੜੀ ਦੁਖਦਾਈ ਖਬਰਾਂ ਇਹ ਸਾਹਮਣੇ ਆ ਰਹੀਆਂ ਨੇ। ਇਹਦੇ ਨਾਲ ਹੀ ਜੁੜਿਆ ਪਹਿਲੂ ਇਹ ਹੈ ਵੀ ਕੋਈ ਨਾ ਕੋਈ ਫਸਲ ਜਾਂ ਤਾਂ ਕਿਸਾਨਾਂ ਨੂੰ ਵੱਡਾ ਵਿੱਤੀ ਘਾਟਾ ਦੇ ਕੇ ਜਾਂਦੀ ਹੈ ਅਤੇ ਜਾਂ ਕਿਸਾਨ ਜਿਹੜੇ ਆ ਉਸ ਫਸਲ ਨੂੰ ਵਾਹੁਣ ਲਈ ਮਜਬੂਰ ਹੋ ਜਾਂਦੇ ਨੇ ਕਿਸੇ ਨਾ ਕਿਸੇ ਕੁਦਰਤੀ ਕਰੋਪੀ ਨਾਲ। ਅਸੀਂ ਦੇਖਦੇ ਹਾਂ ਹੁਣੀ ਕਣਕ ਜਿਹੜੀ ਆ ਕਿਸਾਨ ਵੇਚ ਕੇ ਹਟੇ ਨੇ। ਕਣਕ ਦਾ ਝਾੜ ਜਿਹੜਾ ਉਹ 20-25% ਤੱਕ, ਕਈ ਏਰੀਆ 'ਚ 50% ਤੱਕ ਕਣਕ ਦਾ ਝਾੜ ਘਟਿਆ। ਉਹ ਸਿਰਫ ਮੌਸਮ ਦੀ ਤਬਦੀਲੀ ਨਾਲ। ਹੁਣ ਤਰਾਸਦੀ ਇਹ ਹੈ ਵੀ ਪੰਜਾਬ ਸਰਕਾਰ ਕਹਿੰਦੀ ਹੈ ਵੀ ਅਸੀਂ ਭਾਰਤ ਸਰਕਾਰ ਨੂੰ ਚਿੱਠੀ ਲਿਖਤੀ ਅਤੇ ਭਾਰਤ ਸਰਕਾਰ ਬੋਨਸ ਦੇਵੇ, ਅਤੇ ਨਾ ਤਾਂ ਉਹ ਜਿਹੜਾ ਖੱਪਾ ਸੀ, ਜਿਹੜਾ ਘਾਟਾ ਸੀ, ਨਾ ਤਾਂ ਉਹ ਕੇਂਦਰ ਸਰਕਾਰ ਨੇ ਪੂਰਾ ਕੀਤਾ, ਨਾ ਪੰਜਾਬ ਸਰਕਾਰ ਨੇ ਪੂਰਾ ਕੀਤਾ। ਪੰਜਾਬ ਦੀ ਆਰਥਿਕਤਾ ਦੇ ਵਿੱਚੋਂ 35-40% ਪੈਸਾ ਨਿਕਲ ਜਾਣਾ, ਇਹ ਪੰਜਾਬ ਸੂਬੇ ਲਈ ਵੀ ਘੱਟ ਹੈ, ਕਿਸਾਨਾਂ ਲਈ ਵੀ ਘੱਟ ਹੈ, ਪੰਜਾਬ ਦੇ ਹਰ ਬਸ਼ਿੰਦੇ ਲਈ ਘੱਟ ਹੈ। ਪੰਜਾਬ ਨੂੰ ਟੈਕਸ ਵੀ ਘੱਟ ਆਏ, ਆੜ੍ਹਤੀਆਂ ਕੋਲ ਵੀ ਪੈਸਾ ਘੱਟ ਗਿਆ, ਮਜ਼ਦੂਰਾਂ ਕੋਲ ਵੀ ਪੈਸਾ ਘੱਟ ਪਿਆ। ਇਸ ਲਈ ਸਾਰੇ ਬੰਦਿਆਂ ਕੋਲ ਜਦੋਂ ਦੇਖਦੇ ਹਾਂ ਵੀ ਆਰਥਿਕਤਾ ਜਿਹੜੀ ਹੈ ਪੰਜਾਬ ਦੀ ਪੂਰੀ ਤਰ੍ਹਾਂ ਹਿੱਲੀ। ਹੁਣ ਤੁਸੀਂ ਜਿਵੇਂ ਗੱਲ ਕੀਤੀ ਨਰਮੇ ਦੀ, ਹੁਣ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਆ ਗੁਲਾਬੀ ਸੁੰਡੀ ਦਾ ਪ੍ਰਕੋਪ ਇੰਨਾ ਜ਼ਿਆਦਾ ਵੱਧ ਗਿਆ ਵੀ ਕਿਸਾਨ ਜਿਹੜੇ ਆਪਣੀ ਨਰਮੇ ਦੀ ਫਸਲ ਵਾਹੁਣ ਲਈ ਮਜਬੂਰ ਹੋ ਗਏ। ਹੁਣ ਪਹਿਲਾਂ ਕਿਸਾਨਾਂ ਨੇ ਨਰਮਾ ਬੀਜਣ ਵਾਸਤੇ ਨਰਮੇ ਦਾ ਬੀਜ ਮੁੱਲ ਲਿਆ, ਫਿਰ ਉਹ 'ਚ ਖਾਦਾਂ ਪਾਈਆਂ, ਫਿਰ ਸਪਰੇਹਾਂ ਕੀਤੀਆਂ। ਕਿੰਨਾ ਜਿਹੜਾ ਕਿਸਾਨਾਂ ਦਾ ਉਹਦੇ 'ਤੇ ਖਰਚ ਜਿਹੜਾ ਹੋ ਚੁੱਕਿਆ ਹੈਗਾ, ਅਤੇ ਪਰ ਪੱਲੇ ਜਿਹੜਾ ਉਹ ਕੁਛ ਨਹੀਂ ਪਿਆ। ਹੁਣ ਤੁਸੀਂ ਇਹ ਦੇਖੋ ਵੀ ਪਿਛਲੇ ਸਾਲ ਵੀ ਕਿਸਾਨਾਂ ਨੂੰ ਗੁਲਾਬੀ ਸੁੰਡੀ ਕਰਕੇ ਫਸਲ ਵਾਹੁਣੀ ਪੈ ਗਈ ਸੀ। ਕਿੰਨਾ ਕਿਸਾਨਾਂ ਨੇ ਜਿਹੜਾ ਮੁਆਵਜ਼ਾ ਲੈਣ ਲਈ ਤੇ ਆਪਣਾ ਇੱਕ ਕਹਿ ਲਈਏ ਵੀ ਇੱਕ ਸੰਘਰਸ਼ ਕੀਤਾ। ਉਹ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਤੱਕ ਲੈ ਕੇ ਹੁਣ ਤੱਕ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਬਣੇ ਨੇ, ਇਹਨਾਂ ਨਾਲ ਵੀ ਮੀਟਿੰਗਾਂ ਹੋਈਆਂ ਵੀ ਮਜ਼ਦੂਰਾਂ ਨੂੰ ਕਿਉਂਕਿ ਆਰਥਿਕਤਾ ਹਰ ਤੱਕ ਨਾਲ ਜੁੜੀ ਹੋਈ ਹੈ। ਜਿਹੜੀ ਸਾਡੀ ਅਗਰੇਰੀਅਨ ਜਿਹੜਾ ਖੇਤਰ ਹੈ ਉਹ ਕਿਸਾਨ ਅਤੇ ਮਜ਼ਦੂਰ ਦੋਨਾਂ ਨਾਲ ਜੁੜਿਆ ਹੋਇਆ। ਜੇ ਕਿਸਾਨ ਦੀ ਨਰਮੇ ਦੀ ਫਸਲ ਵਧੀਆ ਹੋਊਗੀ ਤਾਂ ਮਜ਼ਦੂਰਾਂ ਨੂੰ ਨਰਮਾ ਚੁਗਣ ਵੇਲੇ ਵੀ ਤਾਂ ਉਹਨਾਂ ਨੂੰ ਮਿਹਨਤਾਨਾ ਮਿਲੂਗਾ, ਉਹਨਾਂ ਨੂੰ ਦਿਹਾੜੀ ਮਿਲੂਗੀ। ਉਹ ਜਦੋਂ ਨਰਮੇ ਦੀ ਫਸਲ ਬਰਬਾਦ ਹੋ ਗਈ ਤਾਂ ਚੁਗਣ ਵਾਲਿਆਂ ਦਾ ਦਿਹਾੜੀ ਮਰ ਗਈ, ਤਾਂ ਉਹ 10% ਜਿਹੜਾ ਹਿੱਸਾ ਹੈ ਉਹ ਮਜ਼ਦੂਰਾਂ ਨੂੰ ਵੀ ਪੰਜਾਬ ਸਰਕਾਰ ਨੇ ਦੇਣ ਦਾ ਵਾਅਦਾ ਕੀਤਾ ਸੀ, ਜਿਹੜਾ ਹੁਣ ਕਿਹਾ ਵੀ ਅਸੀਂ ਦੇਵਾਂਗੇ। ਇਹ ਜਿਹੜਾ ਹੁਣ ਲਗਾਤਾਰ 2 ਸਾਲ ਨਰਮੇ ਦੀ ਫਸਲ ਮਰਨਾ, ਕਣਕ ਦੀ ਫਸਲ ਦੇ ਵਿੱਚ ਘਾਟਾ ਪੈਣਾ, ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਪੰਜਾਬ ਦੀ ਆਰਥਿਕਤਾ, ਪੰਜਾਬ ਸਰਕਾਰ ਦੀ ਆਰਥਿਕਤਾ, ਸਾਡੇ ਸੂਬੇ ਦੀ ਆਰਥਿਕਤਾ, ਕਿਸਾਨਾਂ ਦੀ, ਮਜ਼ਦੂਰਾਂ ਦੀ ਆਰਥਿਕਤਾ 'ਤੇ ਇਹ ਕਿੰਨਾ ਵੱਡਾ ਡੂੰਘਾ ਸੱਟ ਮਾਰੂਗੀ, ਜਿਹੜੇ ਕਿ ਕਿਸਾਨ ਆਲਰੇਡੀ ਜਿਹੜੇ ਹੈ ਸਾਡੇ ਖੁਦਕੁਸ਼ੀਆਂ ਦੇ ਰਾਹ ਪੈ ਚੁੱਕੇ ਨੇ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਵੀ ਬਣਦਾ ਮੁਆਵਜ਼ਾ ਜਿੰਨਾ ਵੀ ਫਸਲ ਦਾ ਹੁਣ ਤੱਕ ਦਾ ਉਹਨਾਂ ਦਾ ਖਰਚ ਹੋਇਆ ਕਿਸਾਨਾਂ ਨੂੰ, ਉਹ ਸਾਰਾ ਖਰਚ ਪੇ ਕਰੇ। ਨਵੀਂ ਫਸਲ ਬੀਜਣ ਲਈ ਉਹਨਾਂ ਨੂੰ ਬੀਜ ਮੁਹੱਈਆ ਕਰੇ, ਅਤੇ ਜਿਹੜੀਆਂ ਜੇ ਕੋਈ ਨਕਲੀ ਬੀਜ ਵੇਚੇ ਨੇ ਉਹਨਾਂ ਦੇ ਖਿਲਾਫ, ਕੰਪਨੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਅਤੇ ਕਿਸਾਨਾਂ ਦੀ ਜਿਹੜੀ ਉਹ ਬਾਂਹ ਫੜਨ ਦੀ ਲੋੜ ਹੈ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।